ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। RAM ਕਲੀ ਕੀ ਵਾਰ ਮਹੱਲਾ ਤੀਜਾ। ਜੋਦੈ ਵੀਰੈ ਪੂਰਬਾਣੀ ਕੀ ਧੁਨੀ। ਹਾਂਜੀ, ਜੋਦੈ ਵੀਰੈ ਪੂਰਬਾਣੀ ਕੀ ਧੁਨੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਸਹਿਜੈ ਦਾ ਖੇਤ ਹੈ। ਸਤਿਗੁਰ ਪਦ ਤੇ ਯਮਕ ਲਾ ਦੇਣੀ ਹੈ। ਸਤਿਗੁਰ ਸਹਿਜੈ ਦਾ ਖੇਤ ਹੈ। ਜਿਸ ਨੂੰ ਲਾਏ ਭਾਉ ਨਾਉ ਬੀਜੇ ਨਾਉ ਉਗਵੈ। ਨਾਮੇ ਰਹਿ ਸਮਾਏ ਹਉਮੈ ਇਹੋ ਬੀਜ ਹੈ। ਸਹਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੈ। ਜੋ ਬਖਸੇ ਸੋ ਖਾਏ ਅੰਬੈ ਸੇਤੀ ਅੰਬ ਰਲਿਆ। ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ। ਵੇਖੋ ਲੋਕਾ ਆਏ ਲੋਕ ਕਿ ਵੇਖੈ ਬਪੋੜਾ। ਜਿਸ ਨੂੰ ਸੋਝੀ ਨਾਹਿ ਜਿਸ ਵੇਖਾਲੇ ਸੋ ਵੇਖੈ। ਜਿਸ ਵਸਿਆ ਮਨ ਮਾਹਿ। ਮਹੱਲਾ ਤੀਜਾ। ਮਨਮੁਖ ਦੁਖ ਕਾ ਖੇਤ ਹੈ। ਦੁਖ ਬੀਜੇ ਦੁਖ ਖਾਏ। ਦੁਖ ਵਿੱਚ ਜੰਮੈ ਦੁਖ ਮਰੈ। ਹਉਮੈ ਕਰਤ ਵਿਹਾਏ। ਆਵਣ ਜਾਣ ਨਾ ਸੁਝਈ। ਆਵਣ ਜਾਣ ਨ ਸੁਝਈ। ਅੰਧਾ ਅੰਧ ਕਮਾਏ। ਜੋ ਦੇਵੈ ਤਿਸੈ ਨਾ ਜਾਣਈ। ਦਿੱਤੇ ਕਉ ਲਪਟਾਏ। ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਣਾ ਜਾਏ। ਮਹੱਲਾ ਤੀਜਾ। ਸਤਿਗੁਰ ਮਿਲਿਆ ਸਦਾ ਸੁਖ। ਜਿਸ ਨੂੰ ਆਪੇ ਮੇਲੇ ਸੋਏ। ਸੁਖੈ ਇਹੋ ਵਿਵੇਕ ਹੈ। ਅੰਤਰ ਨਿਰਮਲ ਹੋਏ। ਅਗਿਆਨ ਕਾ ਭ੍ਰਮ ਕੱਟੀਐ। ਗਿਆਨ ਪ੍ਰਾਪਤ ਹੋਏ। ਨਾਨਕ ਏਕੋ ਨਦਰੀ ਆਇਆ। ਜਹ ਦੇਖਾ ਤਹ ਸੋਏ। ਪੌੜੀ ਸੱਚੈ ਤਖਤ ਰਚਾਇਆ। ਬੈਸਣ ਕੋ ਜਾਈ। ਜਾਂ ਕੰਨੇ ਦੇ ਉੱਤੇ ਬਿੰਦੀ ਲਾਉਣੀ ਹੈ, ਈ ਤੇ ਨਹੀਂ ਲਾਉਣੀ ਹੈ। ਬੈਸਣ ਕਉ ਜਾਈ। ਸਭ ਕਿਛ ਆਪੇ ਆਪ ਹੈ। ਗੁਰ ਸ਼ਬਦ ਸੁਣਾਈ। ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ। ਚੰਦ ਸੂਰਜ ਦੁਇ ਚਾਨਣੇ। ਹਾਂਜੀ, ਚੰਦ ਸੂਰਜ ਦੁਇ ਚਾਨਣੇ। ਚੰਦ ਸੂਰਜ ਦੁਇ ਚਾਨਣੇ ਪੂਰੀ ਬਣਤ ਬਣਾਈ। ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਹਾਉ। ਰਹਾਉ। ਇਸ ਪੰਕਤੀ ਦੇ ਸੰਬੰਧ ਦੇ ਵਿੱਚ ਇਹ ਵਿਚਾਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਹਨ। 22 ਵਾਰਾਂ ਦੇ ਵਿੱਚ ਕਿਸੇ ਵੀ ਵਾਰ ਦੇ ਵਿੱਚ ਰਹਾਉ ਪਦ ਨਹੀਂ ਆਇਆ ਹੈ। ਰਾਮਕਲੀ ਰਾਗ ਦੇ ਵਿੱਚ 3 ਵਾਰਾਂ ਹਨ। ਰਾਮਕਲੀ ਰਾਗ ਦੀ ਜੋ ਪਹਿਲੀ ਵਾਰ ਹੈ, ਇਸ ਦੇ ਵਿੱਚ ਪਹਿਲੀ ਜੋ ਪੌੜੀ ਹੈ ਉਸ ਦੇ ਅਖੀਰ ਦੇ ਵਿੱਚ ਇਹ ਰਹਾਉ ਪਦ ਆਇਆ ਹੈ। ਵਾਹੁ ਵਾਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਹਾਉ। ਸੋ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਪੰਕਤੀ ਹੈ ਇਹ ਦੁਬਾਰਾ ਉਚਾਰਨ ਕਰਨੀ ਹੈ। ਹਰੇਕ ਪੌੜੀ ਦੇ ਅਖੀਰ ਦੇ ਵਿੱਚ ਇਹ ਜਿਹੜੀ ਪੰਕਤੀ ਹੈ ਉਚਾਰਨ ਕਰਨੀ ਹੈ। ਸ਼ਲੋਕ ਕਬੀਰ ਮਹਿਦੀ ਕਰ ਕੈ ਘਾਲਿਆ। ਆਪ ਪੀਸਾਏ ਪੀਸਾਏ ਤੈ ਸਹਿਬਾਤ ਨਾ ਪੁੱਛੀਆ। ਕਬਹੂ ਨ ਲਾਈ ਪਾਏ। ਹਾਂਜੀ, ਤੈ ਸਹਿ ਬਾਤ ਨ ਪੁੱਛੀਆ ਕਬਹੂ ਨ ਲਾਈ ਪਾਏ। ਮਹੱਲਾ ਤੀਜਾ। ਨਾਨਕ ਮਹਿਦੀ ਕਾਰ ਕੈ ਰਖਿਆ। ਸੋ ਸਹੁ ਨਦਰ ਕਰੇ। ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ। ਪੀਸੈ ਪਦ ਕਸ ਕੇ ਉਚਾਰਨ ਕਰਨਾ ਹੈ।
ਕਸੈ ਪੂਲਾ ਉਚਾਰਨ ਕਰਨਾ ਹੈ। ਆਪੇ ਪੀਸੈ ਆਪੇ ਕਸੈ ਆਪੇ ਹੀ ਲਾਇ ਲਏ। ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਪੌੜੀ ਵੇਕੀ ਸ੍ਰਿਸ਼ਟ ਉਪਾਈਅਨ ਸਭ ਹੁਕਮ ਆਵੈ ਜਾਏ ਸਮਾਹੀ। ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ। ਵੇਕੀ ਸ੍ਰਿਸ਼ਟ ਉਪਾਈਅਨ ਇੱਥੇ ਵਿਸਰਾਮ ਹੈ। ਸਭ ਹੁਕਮ ਆਵੈ ਜਾਏ ਸਮਾਹੀ। ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ। ਜਿਉ ਭਾਵੈ ਤਿਉ ਰਖ ਤੂੰ ਗੁਰ ਸ਼ਬਦ 부ਝਾਹੀ। ਬੁੱਝਾਹੀ। ਸਭਨਾ ਤੇਰਾ ਜੋਰ ਹੈ ਜੋ ਭਾਵੈ ਤਿਵੈ ਚਲਾਹੀ। ਤੁਧ ਜੀਵੜ ਮੈਂ ਨਾਹਿ ਕੋ ਕਿਸ ਆਖ ਸੁਣਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸ਼ਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਭਾਲ। ਸੋ ਸਹੁ ਸਾਂਤ ਨ ਦੇਵਈ ਕਿਆ ਚੱਲੈ ਤਿਸ ਨਾਲ। ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰਖੀਐ ਉਰ ਧਾਰ। ਨਾਨਕ ਘਰ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਿਆ ਰੈਣ ਗਵਾਈ ਸੋਏ। ਕੂੜ ਬੋਲ ਵਿਖ ਖਾਇਆ ਮਨ ਮੁਖ ਚੱਲਿਆ ਰੋਏ। ਸਿਰੈ ਉੱਪਰ ਜਮ ਡੰਡ ਹੈ ਦੂਜੈ ਭਾਏ ਪਤ ਖੋਏ। ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ। ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੈ ਕੋਏ। ਨਾਨਕ ਸਹਜੇ ਮਿਲ ਰਹੈ ਕਰਮ ਪ੍ਰਾਪਤ ਹੋਏ। ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮੱਤੀ। ਮੱਤੀ ਪਦ ਕਸ ਕੇ ਹੀ ਉਚਾਰਨ ਕਰਨਾ ਹੈ। ਇਕਨਾ ਨੂੰ ਨਾਉ ਬਖਸ਼ਿਓਨ ਅਸਥਿਰ ਹਰ ਸਤੀ। ਸੱਤੀ ਪਦ ਵੀ ਕਸ ਕੇ ਉਚਾਰਨ ਕਰਨਾ ਹੈ। ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ। ਭਗਤੀ ਪੋਲਾ ਹੀ ਬੋਲਣਾ ਹੈ। ਇਹਨਾਂ ਨੂੰ ਭਉ ਅਗਲਾ ਪੂਰੀ ਬਾਣਤ ਬਣਤੀ। ਇਹ ਬਣਤੀ ਉਚਾਰਨ ਕਰਨਾ ਹੈ। ਬਣਤੀ ਨਹੀਂ ਕਹਿਣਾ ਬਣਤੀ ਉਚਾਰਨ ਕਰਨਾ ਹੈ। ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੰਪਰਦਾ ਦੇ ਵਿੱਚ ਇਹ ਉਥਾਨਕਾ ਵੀ ਦੱਸੀ ਜਾਂਦੀ ਹੈ ਕਿ ਜਿਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾ ਰਹੇ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਵਾ ਰਹੇ ਸੀ, ਤੇ ਉਸ ਸਮੇਂ ਵੀ ਮਹਾਰਾਜ ਸਾਹਿਬ ਨੇ ਇਹ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕੀਤਾ ਕਿ ਭਾਈ ਸਾਹਿਬ ਜੋ ਅਸੀਂ ਬਾਣੀ ਉਚਾਰਨ ਕਰਦੇ ਹਾਂ ਕਿ ਤੁਸੀਂ ਹੂਬਹੂ ਉਸੇ ਤਰ੍ਹਾਂ ਲਿਖਦੇ ਹੋ। ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਕਿ ਮਹਾਰਾਜ ਆਪ ਜੀ ਤਾਂ ਇਸ਼ਾਰਾ ਹੀ ਕਰਦੇ ਹੋ ਨਾ, ਮੈਂ ਉਦੋਂ ਹੀ ਆਪ ਜੀ ਦੇ ਇਸ਼ਾਰੇ ਨੂੰ ਸਮਝ ਕੇ ਬੜੀ ਛੇਤੀ ਲਿਖ ਲੈਂਦਾ ਹਾਂ। ਮਹਾਰਾਜ ਮੁਸਕਰਾਏ। ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ ਸਾਹਿਬ, ਹੁਣ ਅਸੀਂ ਇਸ਼ਾਰਾ ਕਰਾਂਗੇ, ਤੁਸੀਂ ਸਾਡੇ ਇਸ਼ਾਰੇ ਨੂੰ ਸਮਝ ਕੇ ਫਿਰ ਉਸ ਤਰ੍ਹਾਂ ਇਹ ਬਾਣੀ ਲਿਖਣੀ ਹੈ, ਇਸ ਵਾਰ ਦੀਆਂ ਪੌੜੀਆਂ ਲਿਖਣੀਆਂ ਹਨ। ਤਾਂ ਮਹਾਰਾਜ ਨੇ ਫਿਰ ਇਹ ਸਾਰੀ ਜਦੋਂ ਵਾਰ ਲਿਖਵਾਈ ਹੈ ਤਾਂ ਪਹਿਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਮਹਾਰਾਜ ਨੇ 6 ਪੰਕਤੀਆਂ ਲਿਖਵਾਈਆਂ ਹਨ, ਤੇ ਅਖੀਰਲੀ ਪੰਕਤੀ ਦੇ ਵਿੱਚ ਇਸ਼ਾਰਾ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਜਿਹੜੀਆਂ ਪਹਿਲੀਆਂ 4 ਪੰਕਤੀਆਂ ਹਨ, ਜਿਵੇਂ ਇਹ ਪੌੜੀ ਦਾ ਪਾਠ ਆਪਾਂ ਕੀਤਾ ਹੈ, ਤਾਂ ਇੱਥੇ ਜਿਹੜੀਆਂ ਪਹਿਲੀਆਂ 4 ਪੰਕਤੀਆਂ ਹਨ ਇਹਨਾਂ ਦਾ ਜਿਹੜਾ ਤੁਕਾਂਤ ਹੈ ਇਹ ਇੱਕ ਵੱਖਰਾ ਹੈ, ਤੇ ਜਿਹੜੀ 5ਵੀਂ ਪੰਕਤੀ ਆਉਂਦੀ ਆ ਉਹਦਾ ਤੁਕਾਂਤ ਆ ਜਾਂਦਾ ਪਾਈ ਅੰਤ, ਯਾਨੀ ਇਸ਼ਾਰਾ ਦਿੰਦਾ ਹੈ ਵੀ ਇਸ ਤੋਂ ਅਗਲੀ 6ਵੀਂ ਇੱਕ ਪੰਕਤੀ ਹੈ। ਯਾਨੀ ਇਸ ਤਰ੍ਹਾਂ ਮਹਾਰਾਜ ਨੇ ਇਸ਼ਾਰਾ ਕੀਤਾ। ਤਾਂ ਜਦੋਂ ਇਹ ਸਾਰੀ ਵਾਰ ਲਿਖਵਾਈ ਹੈ, ਸਾਰੀਆਂ ਪੌੜੀਆਂ ਲਿਖਵਾਈਆਂ ਹਨ, ਤਾਂ ਮਹਾਰਾਜ ਨੇ ਬਚਨ ਕੀਤਾ ਵੀ ਭਾਈ ਸਾਹਿਬ ਤੁਸੀਂ ਇਹ ਸਾਰੀਆਂ ਜਿਵੇਂ ਅਸੀਂ ਇਸ਼ਾਰਾ ਕਰਦੇ ਸੀ ਉਸ ਤਰ੍ਹਾਂ ਉਹ ਪੰਕਤੀ ਲਿਖਦੇ ਆਏ ਹੋ। ਤਾਂ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਆਪ ਜੀ ਦੇ ਇਸ਼ਾਰੇ ਮੁਤਾਬਕ ਮੈਂ ਉਸ ਤਰ੍ਹਾਂ ਉਹ ਸਾਰੀ ਬਾਣੀ ਜਿਹੜੀ ਹੈ ਲਿਖੀ ਹੈ। ਮਹਾਰਾਜ ਨੇ ਜਦੋਂ ਦਰਸ਼ਨ ਕੀਤੇ, ਮਹਾਰਾਜ ਕਹਿੰਦੇ ਤੁਸੀਂ ਉਹ ਪੰਕਤੀ ਤਾਂ ਲਿਖੀ ਨਹੀਂ ਵੀ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਅਸੀਂ ਤਾਂ ਇਸ਼ਾਰਾ ਕਰਦੇ ਸੀ।
ਤਾਂ ਉਸ ਸਮੇਂ ਭਾਈ ਸਾਹਿਬ ਨੂੰ ਆਪਣੀ ਜਿਹੜੀ ਇਹ ਸੂਖਮ ਗਲਤੀ ਸੀ, ਸੂਖਮ ਭੁੱਲ ਸੀ, ਉਹਦਾ ਅਹਿਸਾਸ ਹੋਇਆ ਕਿ ਮਹਾਰਾਜ ਸਾਹਿਬ ਨੂੰ ਮੈਂ ਇਉਂ ਕਿਉਂ ਕਹਿਣਾ ਸੀ ਵੀ ਮਹਾਰਾਜ ਆਪ ਜੀ ਇਸ਼ਾਰਾ ਕਰਦੇ ਹੋ, ਮੈਂ ਉਦੋਂ ਹੀ ਲਿਖ ਲੈਂਦਾ ਹਾਂ। ਯਾਨੀ ਸੂਖਮ ਜੀ ਹੋਮੇ ਆ ਗਈ ਸੀ ਤਾਂ ਗਲਤੀ ਮੰਨੀ। ਕਹਿੰਦੇ ਮਹਾਰਾਜ ਹੁਣ ਲਿਖ ਲੈਂਦੇ ਹਾਂ। ਮਹਾਰਾਜ ਕਹਿਣ ਲੱਗੇ ਨਹੀਂ, ਕਹਿੰਦੇ ਹੁਣ ਇਸੇ ਤਰ੍ਹਾਂ ਹੀ ਇਹ ਪੌੜੀਆਂ ਇਸੇ ਤਰ੍ਹਾਂ ਹੀ ਲਿਖਣੀਆਂ ਹਨ। ਜਿਹੜੇ ਅੱਗੇ ਗੁਰਸਿੱਖ ਪਾਠ ਇਸ ਵਾਰ ਦਾ ਕਰਨਗੇ, ਸੰਥਿਆ ਕਰਨਗੇ, ਉਹ ਇਹ ਸਾਡਾ ਇਸ਼ਾਰਾ ਸਮਝ ਕੇ, ਇਸ਼ਾਰੇ ਨੂੰ ਸਮਝ ਕੇ ਇਹ ਜਿਹੜੀ 5ਵੀਂ ਪੰਕਤੀ 6ਵੀਂ ਪੰਕਤੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਹਰੇਕ ਪੌੜੀ ਦੇ ਨਾਲ ਇਸ ਦਾ ਉਚਾਰਨ ਕਰਨਗੇ। ਸੋ ਇਸ ਨੂੰ ਉਚਾਰਨ ਕਰਨਾ ਹੈ। ਸ਼ਲੋਕ ਕਬੀਰ ਕਸੌਟੀ RAM ਕੀ, ਝੂਠਾ ਟਿਕੈ ਨਾ ਕੋਇ। RAM ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਜੋ ਮਰ ਜੀਵਾ ਹੋਏ, ਮਰਜੀਵਾ ਇਕੱਠਾ ਨਹੀਂ ਕਹਿਣਾ, ਜੋ ਮਰ ਜੀਵਾ ਹੋਏ। ਮਹੱਲਾ ਤੀਜਾ, ਕਿਉ ਕਰ ਇਹੋ ਮਨ ਮਾਰੀਐ, ਕਿਉ ਕਰ ਮਿਰਤਕ ਹੋਏ। ਕਹਿਆ ਸ਼ਬਦ ਨਾ ਮਾਨਈ, ਕਹਿਆ ਸ਼ਬਦ ਨ ਮਾਨਈ। ਹਉਮੈ ਛੱਡੈ ਨਾ ਕੋਇ, ਗੁਰ ਪ੍ਰਸਾਦੀ ਹਉਮੈ ਛੁਟੈ। ਜੀਵਨ ਮੁਕਤ ਸੋ ਹੋਏ, ਨਾਨਕ ਜਿਸਨੋ ਬਖਸ਼ੇ ਤਿਸ ਮਿਲੈ। ਜਿਸ ਨੂੰ ਬਖਸ਼ੇ ਤਿਸ ਮਿਲੈ। ਤਿਸ ਬਿਗਨ ਨਾ ਲਾਗੈ ਕੋਇ। ਮਹੱਲਾ ਤੀਜਾ, ਜੀਵਤ ਮਰਣਾ ਸਭ ਕੋ ਕਹੈ, ਜੀਵਨ ਮੁਕਤ ਕਿਉ ਹੋਏ। ਭੈ ਕਾ ਸੰਜਮ ਜੇ ਕਰੇ, ਦਾਰੂ ਭਾਵ ਲਾਏ। ਅਨ ਦਿਨ ਗੁਣ ਗਾਵੈ ਸੁਖ ਸਹਜੇ, ਬਿਖ ਭਵਜਲ ਨਾਮ ਤਰੇ। ਨਾਨਕ ਗੁਰਮੁਖ ਪਾਈਐ, ਜਾ ਕਉ ਨਦਰ ਕਰੇ। ਪੌੜੀ ਦੂਜਾ ਭਾਉ ਰਚਾਇਓਨ, ਤ੍ਰੈ ਗੁਣ ਵਰਤਾਰਾ। ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ, ਹੁਕਮ ਕਮਾਵਣ ਕਾਰਾ। ਪੰਡਿਤ ਪੜਦੇ ਜੋਤ ਕੀ, ਨਾ ਬੂਝਹਿ ਵਿਚਾਰਾ। ਪੜ੍ਹਦੇ ਭਾਰਾ ਹੀ ਉਚਾਰਨ ਕਰਨਾ। ਸਭ ਕਿਛ ਤੇਰਾ ਖੇਲ ਹੈ, ਸੱਚ ਸਿਰਜਣਹਾਰਾ। ਜਿਸ ਭਾਵੈ ਤਿਸ ਬਖਸ਼ ਲੈ, ਸੱਚ ਸ਼ਬਦ ਸਮਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਵੀ ਜੋ ਜਿਵੇਂ ਇਹ 22 ਵਾਰਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 9 ਧੁਨਾਂ ਜਿਹੜੀਆਂ ਭਾਈ ਗੁਰਦਾਸ ਜੀ ਪਾਸੋਂ ਚੜਾਈਆਂ ਹਨ, ਉਹਦੇ ਵਿੱਚ ਵੀ ਇਹ ਲਿਖਿਆ ਹੈ ਕਿ 6ਵੇਂ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਇਹ ਜਿਹੜੀ ਪੰਕਤੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਸ ਦਾ ਉਚਾਰਨ ਕਰਨਾ ਹੈ। ਕਿਉਂਕਿ ਜਿਹੜੀ ਜੋਧਾ ਵੀਰ ਹੈ ਪੂਰਬਾਣੀ ਕੀ ਧੁਨੀ ਜਿਹੜੀ ਵਾਰ ਹੈ, ਉਸ ਦੀਆਂ 6 ਪੰਕਤੀਆਂ ਹਨ ਜਿਹੜੀਆਂ ਇਸ ਤਰ੍ਹਾਂ ਹਨ। ਜੋਧੇ ਵੀਰ ਪੂਰਬਾਣੀਏ, ਦੋ ਗੱਲਾਂ ਕਰੀਨ ਕਰਾਰੀਆਂ। ਫੌਜਾਂ ਚਾੜਨ ਬਾਦਸ਼ਾਹ, ਅਕਬਰ ਨੇ ਭਾਰੀਆਂ। ਤੀਸਰੀ ਪੰਕਤੀ ਹੈ, ਸਨਮੁਖ ਹੋਏ ਰਾਜਪੂਤ, ਛੁਤਰੀ ਰਣਕਾਰੀਆਂ। ਔਰ ਚੌਥੀ ਪੰਕਤੀ ਹੈ, ਧੂਹ ਮਿਆਨੋ ਕੱਢੀਆਂ, ਬਿਜਲ ਜਿਉ ਚਮਕਾਰੀਆਂ। ਪੰਜਵੀਂ ਪੰਕਤੀ ਹੈ, ਇੰਦਰ ਸਣੇ ਅਪਛਰਾਂ, ਮਿਲ ਕਰ ਕਰਨ ਜੁਹਾਰੀਆਂ। ਛੇਵੀਂ ਪੰਕਤੀ ਹੈ, ਇਹੀ ਕੀਤੀ ਜੋਧ ਵੀਰ, ਪਾਤਸ਼ਾਹੀ ਗੱਲਾਂ ਸਾਰੀਆਂ। ਯਾਨੀ ਉਹ ਵਹਾਰ ਦੀਆਂ ਵੀ 6 ਪੰਕਤੀਆਂ ਹਨ। ਤਾਂ ਜੇ ਉਹ 6 ਪੰਕਤੀਆਂ ਯਾਨੀ ਉਚਾਰਨ ਕਰਾਂਗੇ ਤਾਂ ਫਿਰ ਉਹ ਪੂਰੀ ਹੁੰਦੀ ਹੈ। 6 ਪੰਕਤੀ ਪੌੜੀ ਜਿਹੜੀ ਹੈ ਉਹ ਸੰਪੂਰਨ ਹੁੰਦੀ ਹੈ। ਇਸ ਕਰਕੇ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਵੀ ਇਹ ਮਹਾਰਾਜ ਸਾਹਿਬ ਨੇ ਹੁਕਮ ਕੀਤਾ ਹੈ। ਬਾਕੀ ਜਿੰਨੇ ਵੀ ਵਿਦਵਾਨ ਹਨ, ਡਾਕਟਰ ਭਾਈ ਵੀਰ ਸਿੰਘ ਜੀ, ਇਸੇ ਤਰ੍ਹਾਂ ਗਿਆਨੀ ਨਰੈਣ ਸਿੰਘ ਮਜੰਗਾਂ ਵਾਲੇ, ਭਾਈ ਕਾਹਨ ਸਿੰਘ ਨਾਭਾ ਜੀ, ਹੋਰ ਜਿਹੜੇ ਹਨ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਫਰੀਦਕੋਟ ਵਾਲਾ ਟੀਕਾ, ਤੇ ਸੰਤ ਅਮੀਰ ਸਿੰਘ ਸੱਤੋ ਵਾਲੀ ਗਲੀ ਵਾਲੇ ਮਹਾਂਪੁਰਸ਼, ਜਿਨ੍ਹਾਂ ਨੇ 60 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਥਾਵਾਂ ਕੀਤੀਆਂ। ਹੋਰ ਬੇਅੰਤ ਵਿਦਵਾਨਾਂ ਨੇ ਲਿਖਤੀ ਰੂਪ ਦੇ ਵਿੱਚ ਇਹ ਲਿਖਿਆ ਹੈ ਵੀ ਇਹ ਜਿਹੜੀ ਪੌੜੀ ਹੈ 21 ਪੌੜੀਆਂ ਹਨ। ਇਹਨਾਂ ਦੇ ਨਾਲ ਜਿਹੜੀ ਹੈ ਅਖੀਰ ਦੇ ਵਿੱਚ ਇਹ 6ਵੀਂ ਪੰਕਤੀ ਜਿਹੜੀ ਹੈ ਇਹ ਉਚਾਰਨ ਕਰਨੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਸੇ ਤਰ੍ਹਾਂ ਦਸਮ ਪਾਤਸ਼ਾਹ ਮਹਾਰਾਜ ਨੇ ਇੱਥੇ ਦਮਦਮਾ ਸਾਹਿਬ ਵਿਖੇ ਸੰਥਿਆ ਕਰਾਈ, 48 ਸਿੰਘਾਂ ਨੂੰ ਅਰਥ ਪੜ੍ਹਾਏ। ਇੱਥੇ ਵੀ ਮਹਾਰਾਜ ਨੇ ਜਦੋਂ ਸੰਥਿਆ ਕਰਾਈ ਹੈ, ਅਰਥ ਪੜ੍ਹਾਏ ਹਨ, ਤਾਂ ਸੀਨੇ ਬਸੀਨੇ ਮਹਾਂਪੁਰਸ਼ੇ ਦੱਸਦੇ ਹਨ ਕਿ ਮਹਾਰਾਜ ਸਾਹਿਬ ਨੇ ਹੁਕਮ ਕੀਤਾ ਹੈ ਕਿ ਭਾਈ ਇਹ ਜਿਹੜੀ ਪੰਕਤੀ ਹੈ ਇਹਨੂੰ ਛੱਡ ਕੇ ਨਹੀਂ ਜਾਣਾ। ਕਈ ਛੱਡ ਜਾਂਦੇ ਹਨ,
ਤਾਂ ਇਹ ਇਸ਼ਾਰਾ ਵਿਦਿਆ ਹੈ। ਜਿਵੇਂ 3 ਵਿਦਿਆਵਾਂ ਹਨ, ਉਹਨਾਂ ਨੂੰ ਮਹਾਰਾਜ ਨੇ ਸਤਕਾਰ ਦਿੱਤਾ ਹੈ। ਆਪਣਾ ਬੀਜ ਮੰਤਰ ਦੇ ਆਰੰਭ ਦੇ ਵਿੱਚ ਮਹਾਰਾਜ ਨੇ 3 ਵਿਦਿਆਵਾਂ ਜਿਹੜੀਆਂ ਲਿਖੀਆਂ ਹਨ। ਏਕਾ ਜਿਹੜਾ ਹੈ ਉਹ ਅੰਕ ਵਿਦਿਆ ਹੈ, ਊੜਾ ਜਿਹੜਾ ਹੈ ਉਹ ਅੱਖਰੀ ਵਿਦਿਆ ਹੈ, ਕਾਰ ਜਿਹੜੀ ਹੈ ਉਹ ਇਸ਼ਾਰਾ ਵਿਦਿਆ ਹੈ। ਇੱਥੇ ਮਹਾਰਾਜ ਨੇ ਇਸ਼ਾਰਾ ਵਿਦਿਆ ਨੂੰ ਸਤਕਾਰ ਵੀ ਦਿੱਤਾ ਹੈ। ਤਾਂ ਇਸ ਕਰਕੇ ਇਹ ਸੀਨੇ ਬਸੀਨੇ ਮਹਾਂਪੁਰਸ਼ ਦੱਸਦੇ ਆਏ ਹਨ ਕਿ ਇਹ ਜਿਹੜੀ ਪੰਕਤੀ ਹੈ ਨਾ, ਇਹ ਭਾਈ ਛੱਡ ਕੇ ਨਹੀਂ ਜਾਣੀ, ਪੜ੍ਹਨੀ ਹੈ।